तो ठीक है। अच्छा, तो दोबारा तो रजिस्टर करना पैना फिर। हाँ। की नाम सीगा बंदे का? वो तो है ही नहीं अपना बंदा। अच्छा। अच्छा, शवि गोयल। ਉਹ ਇੰਜੀਨੀਅਰਿੰਗ ਦੀ ਸੀਗੀ ਉਹ। ਸਵਰਨ ਨੂੰ ਫੋਨ ਕਰ। ਉਹ ਸਵਰਨ ਨੂੰ ਫੋਨ ਕਰਕੇ ਦੱਸ ਦੇ ਇੱਕ ਵਾਰੀ, ਉਹਦੇ ਕੋਲ ਨੰਬਰ ਹੋਊਗਾ, ਕਾਲ ਕਰ। ਕੀ ਹੋ ਗਿਆ? ਉਹਦੇ ਥੋੜੇ ਜਿਹੇ ਵੀ ਪੈਣ ਵਾਲੀਆਂ ਮਹੀਨੇ ਉਹਦੇ, ਉਹ ਬਹੁਤ ਜ਼ਿਆਦਾ ਉਹ ਖਰਾਬ ਕਰਦੀ ਹੈ। क्या देना है? क्या देना है? सत श्री अकाल मैम। हेलो। मैम प्लीज डिस्प्ले करो। हाँ जी सर, मैं स्क्रीन शेयर करने लगी हूँ। हाँ जी, हाँ जी, हाँ जी। ठीक है मैम, शो हो रही है जी। ठीक है सर, ठीक है। ठीक है मैम, बच्चा नु अंदर ले रहे हैं जी, मैं क्लासरूम ठीक से। है सर, ठीक है जी।
मैम प्लीज स्टार्ट। जी सर। हाँ जी मैम स्टार्ट करो जी। ओके जी। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਡਿਪਾਰਟਮੈਂਟ ਦੇ ਵੱਲੋਂ ਚਲਾਏ ਗਏ ਨਿਮੀ ਦੇ ਇਸ ਪੰਜਾਬੀ ਚੈਨਲ ਉੱਤੇ ਮੈਂ ਆਪ ਸਭ ਦਾ ਸਵਾਗਤ ਕਰਦੀ ਹਾਂ। ਮੈਂ ਪ੍ਰਵੀਨ ਬਾਲੀ ਗਵਰਨਮੈਂਟ ITI ਫॉर ਵੂਮਨ ਫਤਿਹਗੜ੍ਹ ਚੂੜੀਆਂ ਵਿੱਚ ਸਿਵਿੰਗ ਟੈਕਨੋਲੋਜੀ ਦੀ ਇੰਸਟ੍ਰਕਟਰ ਹਾਂ। ਸਭ ਤੋਂ ਪਹਿਲਾਂ ਡਿਪਾਰਟਮੈਂਟ ਵੱਲੋਂ ਇੱਕ ਇਨਫੋਰਮੇਸ਼ਨ ਹੈ ਵਰਚੁਅਲ ਪਲੇਸਮੈਂਟ ਡਰਾਈਵ ਸੰਬੰਧੀ। ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਵੱਖ-ਵੱਖ ਇੰਡਸਟਰੀਜ਼ ਵਿੱਚ ITI ਪਾਸ ਵੱਖ-ਵੱਖ ਟ੍ਰੇਡਾਂ ਦੇ ਹੁਨਰਮੰਦ ਪਾਸ ਆਊਟ ਸਿੱਖਿਆਰਥੀਆਂ ਨੂੰ ਪਲੇਸ ਕਰਾਉਣ ਲਈ ਸਪੈਸ਼ਲ ਵਰਚੁਅਲ ਡਰਾਈਵ ਮਿਤੀ 15/6/2020 ਤੋਂ ਲਗਾਤਾਰ ਚਲਾਈ ਜਾ ਰਹੀ ਹੈ। ITI ਪਾਸ ਅਤੇ ਫਾਈਨਲ ਈਅਰ ਦੇ ਸਿੱਖਿਆਰਥੀਆਂ ਲਈ ਨੌਕਰੀ ਪ੍ਰਾਪਤ ਕਰਨ ਲਈ ਇਹ ਬਹੁਤ ਹੀ ਸੁਨਹਿਰੀ ਮੌਕਾ ਹੈ। ਇਸ ਲਈ ਸਾਰੇ ਵਿਦਿਆਰਥੀ ਸਾਰੇ ਸਿੱਖਿਆਰਥੀ ਪਾਸ ਆਊਟ ਔਰ ਫਾਈਨਲ ਈਅਰ ਦੇ ਸਾਰੇ ਸਿੱਖਿਆਰਥੀ ਦਿਖਾਏ ਗਏ ਲਿੰਕ ਉੱਪਰ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ। ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਉਮੀਦਵਾਰ ਦੀ ਆਨਲਾਈਨ ਜ਼ੂਮ ਐਪ ਅਤੇ WhatsApp ਰਾਹੀਂ ਇੰਟਰਵਿਊ ਕਰਵਾਈ ਜਾਏਗੀ ਅਤੇ ਇੰਡਸਟਰੀਜ਼ ਵੱਲੋਂ ਸਿਲੈਕਟਡ ਉਮੀਦਵਾਰਾਂ ਨੂੰ ਵਿਭਾਗ ਵੱਲੋਂ ਨਿਯੁਕਤੀ ਪੱਤਰ ਭੇਜ ਦਿੱਤੇ ਜਾਣਗੇ। ਮੇਰੇ ਸਾਰੇ ਸਿੱਖਿਆਰਥੀਆਂ ਅਤੇ ਸਟਾਫ ਮੈਂਬਰਸ ਨੂੰ ਬੇਨਤੀ ਹੈ ਕਿ ਆਪ ਆਪਣੀ ਟ੍ਰੇਡ ਦੇ ਪਾਸ ਆਊਟ ਅਤੇ ਫਾਈਨਲ ਈਅਰ ਦੇ ਸਿੱਖਿਆਰਥੀਆਂ ਨਾਲ ਅਤੇ ਆਪਣੇ ਸੰਬੰਧਿਤ ਏਰੀਆ ਵਿੱਚ ਇਸ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰਵਾਓ ਤਾਂ ਜੋ ਜ਼ਰੂਰਤਮੰਦ ਉਮੀਦਵਾਰ ਇਸ ਦਾ ਲਾਭ ਲੈ ਸਕਣ। ਸੋ ਇਹ ਸੀ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਵਰਚੁਅਲ ਪਲੇਸਮੈਂਟ ਡਰਾਈਵ ਸੰਬੰਧੀ ਇੰਪੋਰਟੈਂਟ ਇਨਫੋਰਮੇਸ਼ਨ। ਇਸ ਤੋਂ ਨੈਕਸਟ ਅਸੀਂ ਮਿਸ਼ਨ ਫਤਿਹ ਦੀ ਗੱਲ ਕਰਾਂਗੇ। ਮਿਸ਼ਨ ਫਤਿਹ ਜੋ ਕਿ ਪੰਜਾਬ ਸਰਕਾਰ ਵੱਲੋਂ COVID-19 ਦੇ ਫਤਿਹ ਪਾਉਣ ਲਈ ਇੱਕ ਪ੍ਰੇਰਨਾਤਮਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਰਾਹੀਂ ਅਸੀਂ COVID-19 ਤੋਂ ਸੁਰੱਖਿਅਤ ਰਹਿਣ ਲਈ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵਚਨਬੱਧ ਹਾਂ ਅਤੇ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦਾ ਸਹਿਯੋਗ ਕਰਦਿਆਂ COVID-19 ਦੀ ਇਸ ਮਹਾਮਾਰੀ ਤੇ ਜ਼ਰੂਰ ਫਤਿਹ ਪਾਵਾਂਗੇ। Stay home, stay safe, wash, sanitize your hands in every 15-20 minutes, wear mask when you go outside, maintain social distancing. If you have cough and cold, consult your physician. Install COVA application on your mobile phones to get information about pandemic and safety measures. Stay at home to break the chain of COVID-19. Avoid large crowds. So ਇਹ ਸੀ ਮਿਸ਼ਨ ਫਤਿਹ ਸੰਬੰਧੀ ਕੁਝ ਜ਼ਰੂਰੀ ਜਾਣਕਾਰੀ। ਸਕਰੀਨ ਤੇ ਤੁਸੀਂ ਸਾਡੀ ITI ਵੱਲੋਂ ITI ਦੇ ਕੁਝ ਹਾਈਲਾਈਟਸ ਦੇਖ ਸਕਦੇ ਹੋ ਜਿਹੜਾ ਕਿ COVID-19 ਤੇ ਫਤਿਹ ਪਾਉਣ ਲਈ ਮਿਸ਼ਨ ਤੇ ਫਤਿਹ ਪਾਉਣ ਲਈ ਅਸੀਂ ਕੁਝ ਕਾਰਗੁਜ਼ਾਰੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਮਾਸਕ ਡਿਸਟ੍ਰੀਬਿਊਸ਼ਨ, ਲੋੜਵੰਦ ਲਈ ਰਾਸ਼ਨ ਦੀ ਡਿਸਟ੍ਰੀਬਿਊਸ਼ਨ ਕੀਤੀ ਗਈ। ਸੋ ਇਹ ਸੀ ਸਾਡੀ ਗਵਰਨਮੈਂਟ ITI ਵੂਮਨ ਫਤਿਹਗੜ੍ਹ ਚੂੜੀਆਂ ਦੀ ਕੁਝ ਹਾਈਲਾਈਟਸ। ਇਸ ਤੋਂ ਬਾਅਦ ਗੱਲ ਕਰਾਂਗੇ ਅੱਜ ਦੇ ਟੌਪਿਕ ਦੀ ਜੋ ਕਿ ਹੈ ਅਲੀਗੜ੍ਹ ਪਜਾਮਾ। ਇਸ ਤੋਂ ਪਹਿਲਾਂ ਅਸੀਂ 3 ਤਰ੍ਹਾਂ ਦੇ ਸਿੰਪਲ ਪਜਾਮਾ, ਪੈਂਟ ਕੱਟ ਪਜਾਮਾ ਔਰ ਚੂੜੀਦਾਰ ਪਜਾਮਾ ਬਾਰੇ ਗੱਲ ਕਰ ਚੁੱਕੇ ਹਾਂ। ਅੱਜ ਦਾ ਮੇਰਾ ਲਾਸਟ ਟੌਪਿਕ ਹੈ ਇਸ ਦੇ ਰਿਗਾਰਡਿੰਗ ਜੋ ਕਿ ਹੈ ਅਲੀਗੜ੍ਹ ਪਜਾਮਾ। Aligarh pajama is worn by Aligarhi people and the Nawabs of Lucknow wear this pajama with kurta. Aligarh pajama जो है अलीगढ़ ਦੇ ਲੋਕਾਂ ਦੁਆਰਾ ਪਹਿਨਿਆ ਜਾਣ ਵਾਲੀ ਪੋਸ਼ਾਕ ਹੈ। ਲਖਨਊ ਦੇ ਨਵਾਬ ਜੋ ਕਿ ਇਸ ਪਜਾਮੇ ਨੂੰ ਬਹੁਤ ਹੀ ਸ਼ੌਕ ਨਾਲ ਪਹਿਨਦੇ ਸੀ। That is why this lower body garment is known as Aligarh pajama. ਇਸ ਕਰਕੇ ਇਸ lower body garment ਦਾ
ਸਰੀਰ ਦੇ ਹੇਠਲੇ ਹਿੱਸੇ ਵਿੱਚ ਪਹਿਨੇ ਜਾਣ ਵਾਲੇ ਵਸਤਰ ਦਾ ਨਾਂ ਅਲੀਗੜ੍ਹ ਪਜਾਮਾ ਪਿਆ। This pajama is just like simple pajama. ਇਹ simple ਪਜਾਮੇ ਦੀ ਤਰ੍ਹਾਂ ਹੀ ਹੁੰਦਾ ਹੈ, but the method to construct the Aligarh pajama is quite different from simple pajama. But ਜਿਹੜਾ ਮੈਥਡ ਹੈ ਅਲੀਗੜ੍ਹ ਪਜਾਮੇ ਨੂੰ ਬਣਾਉਣ ਦਾ ਤਰੀਕਾ ਹੈ ਉਹ ਸਿੰਪਲ ਪਜਾਮੇ ਨਾਲੋਂ ਥੋੜਾ ਜਿਹਾ ਡਿਫਰੈਂਟ ਹੈ। This pajama is stitched with gust and without gust. The knee round and bottom of Aligarh pajama is a bit narrow than simple pajama. ਇਹ ਪਜਾਮਾ ਜਿਹੜਾ ਹੈ ਉਹ ਮਿਆਨੀ ਦੇ ਨਾਲ ਔਰ ਬਿਨਾ ਮਿਆਨੀ ਦੇ ਵੀ ਅਸੀਂ ਬਣਾ ਸਕਦੇ ਹਾਂ। ਜਿਹੜੀ ਬॉटम ਜੋ ਮੋਰੀ ਹੈ ਅਲੀਗੜ੍ਹ ਪਜਾਮੇ ਦੀ ਔਰ ਨੀ ਰਾਉਂਡ ਹੈ ਘੁਟਨੇ ਦਾ ਰਾਉਂਡ ਹੈ ਉਹ ਸਿੰਪਲ ਪਜਾਮੇ ਨਾਲੋਂ ਥੋੜਾ ਜਿਹਾ ਟਾਈਟ ਜਾਂ ਨੈਰੋ ਜਾਂ ਤੰਗ ਹੁੰਦਾ ਹੈ। ਸੋ ਇੱਥੇ ਵਰਡ ਮੈਂ ਯੂਜ਼ ਕੀਤਾ ਗਸਟ। ਮੈਂ ਗਸਟ ਦਾ ਮੀਨਿੰਗ ਕਲੀਅਰ ਕਰ ਦਵਾਂ। ਅ ਪੀਸ ਆਫ ਮਟੀਰੀਅਲਸ ਯੂਜ਼ਡ to strengthen or enlarge a garment. ਇੱਕ ਕੱਪੜੇ ਦਾ ਇੱਕ ਮਟੀਰੀਅਲ ਦਾ ਇੱਕ ਟੁਕੜਾ ਹੁੰਦਾ ਹੈ ਜੋ ਕਿ ਗਾਰਮੈਂਟ ਦੀ ਸਟਰੈਂਥ ਵਾਸਤੇ ਜਾਂ ਕਿਸੇ ਗਾਰਮੈਂਟ ਦੀ ਨੂੰ enlarge ਥੋੜਾ ਹੋਰ ਵੱਡਾ ਦਿਖਾਉਣ ਵਾਸਤੇ ਜਾਂ ਵੱਡਾ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਸੋ ਇਹ ਸੀ ਅਲੀਗੜ੍ਹ ਪਜਾਮਾ ਦੀ ਇੰਟਰੋਡਕਸ਼ਨ। ਇਹਦੇ ਲਈ ਸੂਟੇਬਲ ਮਟੀਰੀਅਲ ਕਿਹੜਾ ਅਸੀਂ ਯੂਜ਼ ਕਰ ਸਕਦੇ ਹਾਂ। Like other pajamas, ਦੂਜੇ ਪਜਾਮਿਆਂ ਦੀ ਤਰ੍ਹਾਂ ਅਲੀਗੜ੍ਹ ਪਜਾਮਾ can be made with cotton, silk, ਖਾਦੀ, ਲੱਠਾ and poplin fabrics. ਅਲੀਗੜ੍ਹ ਪਜਾਮਾ ਜੋ ਹੈ ਕਾਟਨ, ਸਿਲਕ, ਖਾਦੀ, ਲੱਠੇ ਦਾ ਅਤੇ ਪਾਪਲਿਨ ਦੇ ਕੱਪੜੇ ਦਾ ਤਿਆਰ ਕੀਤਾ ਜਾ ਸਕਦਾ ਹੈ। It depends upon the occasion, requirement, personality and fashion. ਇਹ ਅਵਸਰ ਮੀਨਸ ਕਿ ਮੌਕਾ ਦੇਖ ਕੇ ਮੌਕੇ ਦੇ ਅਨੁਸਾਰ, ਸਾਡੀ ਰਿਕੁਆਇਰਮੈਂਟ ਦੇ ਅਨੁਸਾਰ ਜਾਂ ਸਾਡੀ ਪਰਸਨੈਲਿਟੀ ਦੇ ਅਨੁਸਾਰ ਅਤੇ ਫੈਸ਼ਨ ਦੇ ਅਕੋਰਡਿੰਗ ਅਸੀਂ ਫੈਸ਼ਨ ਦੇ ਉੱਤੇ ਇਹ ਡਿਪੈਂਡ ਕਰਦਾ ਹੈ ਕਿ ਅਸੀਂ ਕਿਹੜਾ ਫੈਬਰਿਕ ਚੂਜ਼ ਕਰਨਾ ਹੈ। The selection of fabric of particular garment plays a vital role to enhance person's personality. ਕਿਸੇ ਵੀ ਪਰਸਨ ਦੀ ਪਰਸਨੈਲਿਟੀ ਨੂੰ ਉਭਾਰਨ ਦੇ ਲਈ ਜਿਹੜੀ ਕੱਪੜੇ ਦੀ ਸਿਲੈਕਸ਼ਨ ਆ ਉਹ ਇੱਕ ਵਸਤਰ ਬਣਾਉਣ ਦੇ ਲਈ ਬਹੁਤ ਵੱਡਾ ਰੋਲ ਪਲੇ ਕਰਦੀ ਹੈ। The base of the garment should be comfortable to wear. ਜਿਹੜਾ ਵੀ ਅਸੀਂ ਵਸਤਰ ਬਣਾਉਣ ਲਈ ਬੇਸ ਚੂਜ਼ ਕਰਨਾ ਹੈ ਉਹ ਸਾਨੂੰ ਪਹਿਨਣ ਲਈ ਕੰਫਰਟੇਬਲ ਹੋਣਾ ਚਾਹੀਦਾ ਹੈ। It should be skin friendly. ਕਿ ਸਾਡੀ ਸਕਿਨ ਦੇ ਨਾਲ ਇਹ ਸਹੀ ਰਹਿਣਾ ਚਾਹੀਦਾ ਹੈ। ਸਕਿਨ ਨੂੰ ਕਿਸੇ ਤਰ੍ਹਾਂ ਦੀ ਹਾਰਸ਼ ਨਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਐਲਰਜੀ ਟਾਈਪ ਨਾ ਹੋਵੇ। So we can say to construct any garment, ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਵਸਤਰ ਬਣਾਉਣ ਦੇ ਲਈ one should select the fabric accordingly. ਸਾਨੂੰ ਜਿਹੜਾ ਕੱਪੜਾ ਹੈ ਆਪਣੇ accordingly ਆਪਣੀਆਂ requirements ਦੇ accordingly ਉਹ choose ਕਰਨਾ ਚਾਹੀਦਾ ਹੈ। Because there is a slogan. ਕਿਉਂਕਿ ਇੱਕ slogan ਤੁਸੀਂ ਸਭ ਨੇ ਸੁਣਿਆ ਹੋਣਾ, it's hard to be nice if you don't feel comfortable. ਕਿ ਅਗਰ ਅਸੀਂ ਕੰਫਰਟੇਬਲ ਨਹੀਂ ਹੈਗੇ ਤਾਂ ਸਾਡੇ ਲਈ ਨਾਈਸ ਦਿਖਣਾ ਜਾਂ ਸਾਡੇ ਲਈ ਅੱਛੇ ਦਿਖਣਾ ਸੰਭਵ ਨਹੀਂ ਹੈ। ਵੇਅਰਿੰਗ ਸਟਾਈਲ। ਅਲੀਗੜ੍ਹ ਪਜਾਮੇ ਦਾ ਜਿਹੜਾ ਵੇਅਰਿੰਗ ਸਟਾਈਲ ਹੈ ਉਹ ਕਿਸ ਤਰੀਕੇ ਨਾਲ ਹੋ ਸਕਦਾ ਹੈ, ਕਿਹੜੀ ਚੀਜ਼ ਦੇ ਨਾਲ ਅਸੀਂ ਉਹਨਾਂ ਨੂੰ ਵੇਅਰ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਸਕਰੀਨ ਤੇ ਦੇਖ ਰਹੇ ਹੋ, the ਅਲੀਗੜ੍ਹ ਪਜਾਮਾ can be combined with ਸ਼ੇਰਵਾਨੀ, ਕੁੜਤਾ ਔਰ ਅਚਕਨ। ਅਲੀਗੜ੍ਹ ਪਜਾਮੇ ਨੂੰ ਅਸੀਂ ਸ਼ੇਰਵਾਨੀ ਕੁੜਤੇ ਦੇ ਨਾਲ ਜਾਂ ਅਚਕਨ ਦੇ ਨਾਲ ਅਸੀਂ ਕੰਬਾਈਨ ਕਰ ਸਕਦੇ ਹਾਂ, ਪਹਿਨ ਸਕਦੇ ਹਾਂ। It can be worn in various styles. ਇਸ ਤਰ੍ਹਾਂ ਇਸ ਨੂੰ ਬਹੁਤ ਤਰ੍ਹਾਂ ਦੇ ਸਟਾਈਲਸ ਦੇ ਵਿੱਚ ਪਹਿਨਿਆ ਜਾ ਸਕਦਾ ਹੈ। It looks very classy. ਇਹ ਬਹੁਤ ਹੀ ਕਲਾਸੀ ਮੀਨਸ ਕਿ ਬਹੁਤ ਅੱਛਾ ਲੱਗਦਾ ਹੈ ਪਹਿਨਿਆ ਹੋਇਆ। As this Indo-Western, ਇਹ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ, ਇਹ ਇੰਡੋ ਵੈਸਟਰਨ ਡਰੈਸ ਬਣ ਜਾਂਦੀ ਹੈ ਜਿਸ ਤਰੀਕੇ ਨਾਲ ਇਹਨੂੰ ਪਹਿਨਿਆ ਗਿਆ ਹੈ ਅਲੀਗੜ੍ਹ ਪਜਾਮੇ ਨੂੰ। Indo-Western assembles comprising of white kurta, ਜਿਹਦੇ ਵਿੱਚ comprising ਕੀ ਕੀਤਾ ਹੋਇਆ white kurta and ਅਲੀਗੜ੍ਹ ਪਜਾਮਾ। in linen ਦੇ ਬੇਸ ਦੇ ਵਿੱਚ ਅਲੀਗੜ੍ਹ ਕੁੜਤਾ ਤੇ ਅਲੀਗੜ੍ਹ ਪਜਾਮਾ ਤੇ ਕੁੜਤਾ ਬਣਾਇਆ ਹੋਇਆ ਹੈ। and beige silk vest, ਜਿਹਦੇ ਉੱਪਰ ਸਿਲਕ ਦੀ ਵੈਸਟ ਜਿਹੜੀ ਆ ਜੈਕਟ ਜਿਹੜੀ ਆ ਉਹ ਪਹਿਨੀ ਹੋਈ ਆ, ਜਿਸ ਤਰ੍ਹਾਂ ਕਿ ਤੁਸੀਂ ਪਿਕਚਰ 1 ਦੇ ਵਿੱਚ ਦੇਖ ਸਕਦੇ ਹੋ।
The picture 2 shown another way of styling an Aligarh pajama. दूसरी पिक्चर ਦੇ ਵਿੱਚ ਵੀ ਤੁਸੀਂ दूसरा तरीका देख सकते हो ਜਿਹਦੇ ਵਿੱਚ ਅਲੀਗੜ੍ਹ ਪਜਾਮੇ ਨੂੰ ਪਹਿਨਿਆ ਹੋਇਆ ਹੈ. The Indo-Western style of wearing this pajama looks stunning. ਇਸ ਤਰੀਕੇ ਨਾਲ ਅਗਰ ਅਲੀਗੜ੍ਹ ਪਜਾਮੇ ਨੂੰ ਇਹ ਵਾਲੇ ਸਟਾਈਲ ਦੇ ਵਿੱਚ ਪਹਿਨਿਆ ਜਾਂਦਾ ਹੈ ਤਾਂ ਬਹੁਤ ਹੀ ਅੱਛੀ ਲੁੱਕ ਨਿਕਲਦੀ ਹੈ. ਇਹ ਸਭ ਡਿਸਕਸ ਕਰਨ ਤੋਂ ਬਾਅਦ ਅਸੀਂ ਕਰਾਂਗੇ ਕੰਸਟਰਕਸ਼ਨ ਆਫ ਅਲੀਗੜ੍ਹ ਪਜਾਮਾ. ਮੀਨਸ ਕਿ ਅਸੀਂ ਅਲੀਗੜ੍ਹ ਪਜਾਮੇ ਨੂੰ ਬਣਾਉਣਾ ਕਿਸ ਤਰ੍ਹਾਂ ਹੈ, ਉਸਦੀ ਕੰਸਟਰਕਸ਼ਨ, ਉਸਦੀ ਸਟਿਚਿੰਗ, ਡਰਾਫਟਿੰਗ, ਕਟਿੰਗ, ਸਭ ਕੁਝ ਸਾਰਾ ਕਿਸ ਤਰੀਕੇ ਦੇ ਨਾਲ ਕਰਨਾ ਹੈ. ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਫॉर ਕੰਸਟਰਕਸ਼ਨ ਆਫ Aligarh pajama, we will need the following measurements. Aligarh pajama बनाने ਲਈ ਸਾਨੂੰ ਹੇਠ ਲਿਖੀਆਂ measurements ਦੀ ਨਾਪ ਦੀ ਜ਼ਰੂਰਤ ਹੋਏਗੀ, ਜਿਸ ਵਿੱਚ hip 36, length 40 and bottom 16 ਹੋਏਗੀ. Blue line ਦੇ ਵਿੱਚ length measurement ਦੱਸੀ ਹੋਈ ਹੈ and purple line ਦੇ ਵਿੱਚ hip measurement ਹੈ ਔਰ ग्रीन लाइन ਦੇ ਵਿੱਚ bottom round ਨੂੰ ਸ਼ੋ ਕੀਤਾ ਹੈ. ਸੋ ਇਹ ਤਿੰਨ ਜਿਹੜੀਆਂ measurements ਆ ਉਹ ਸਾਨੂੰ ਬਹੁਤ necessary ਹੋ ਜਾਂਦੀਆਂ ਇੱਕ ਅਲੀਗੜ੍ਹ ਪਜਾਮਾ ਬਣਾਉਣ ਦੇ ਲਈ. ਫਸਟ ਸਟੈਪ ਹੁੰਦਾ ਅਸੀਂ ਕੋਈ ਵੀ ਗਾਰਮੈਂਟ ਰੈਡੀ ਕਰਦੇ ਹਾਂ ਡਰਾਫਟਿੰਗ. ਜਿੱਦਾਂ ਕਿ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਡਰਾਫਟਿੰਗ ਹਰ ਕੱਪੜੇ ਦਾ ਆਧਾਰ ਹੁੰਦੀ ਹੈ, ਹਰ ਵਸਤਰ ਦਾ ਆਧਾਰ ਹੁੰਦੀ ਹੈ. With the help of drafting tools, we will make a draft of ਅਲੀਗੜ੍ਹ ਪਜਾਮਾ. ਡਰਾਫਟਿੰਗ ਟੂਲਸ ਦੀ ਹੈਲਪ ਦੇ ਨਾਲ ਅਸੀਂ ਅਲੀਗੜ੍ਹ ਪਜਾਮੇ ਦਾ ਡਰਾਫਟ ਬਣਾਵਾਂਗੇ. ਸਕਰੀਨ ਤੇ ਪਿਕਚਰ ਦੇ ਵਿੱਚ ਸਾਰੇ ਡਰਾਫਟਿੰਗ ਟੂਲਸ ਸ਼ੋ ਕੀਤੇ ਹੈ. ਡਰਾਫਟਿੰਗ ਸਕੇਲ, ਫ੍ਰੈਂਚ ਕਰਵ, ਪੈਨਸਿਲ ਤੇ ਇਰੇਜ਼ਰ ਦੇ ਨਾਲ ਅਸੀਂ ਅਲੀਗੜ੍ਹ ਪਜਾਮੇ ਦਾ ਡਰਾਫਟ ਬਣਾਵਾਂਗੇ. ਸੋ ਮੈਥਡ ਆਫ ਡਰਾਫਟਿੰਗ ਆਫ ਅਲੀਗੜ੍ਹ ਪਜਾਮਾ. ਅਲੀਗੜ੍ਹ ਪਜਾਮੇ ਦੀ ਡਰਾਫਟਿੰਗ ਦਾ ਮੈਥਡ ਕੀ ਹੈ, ਸਭ ਤੋਂ ਪਹਿਲਾਂ ਅਸੀਂ ਦੇਖਾਂਗੇ 0 to 1. 0 to 1 ਸਾਡੀ ਫੁੱਲ ਲੈਂਥ ਹੋਏਗੀ, ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ. 0 to 1 ਫੁੱਲ ਲੈਂਥ 40 ਇੰਚਸ. 0 to 2 width of ਪਜਾਮਾ. ਪਜਾਮੇ ਦੀ width ਹੋਏਗੀ hip over 2. hip over 2 means 18 inches. 18 ਇੰਚ ਸਾਡੀ ਹਿਪ ਦੀ width ਹੋਏਗੀ ਪਜਾਮੇ ਦੀ. 0 to 3 ਸਾਡੀ crotch line ਹੋਏਗੀ hip over 3 plus 2 inches equal to 14 inches. ਇਸ ਤੋਂ next 3 to 4. 3 to 4 ਸਾਡੀ hip over 2 ਹੋਏਗੀ. 3 to 4 hip line hip over 2 equal to 18 inches. मैं repeat कर देनी है. 0 to 1 full length, 0 to 2 0 to 2 width of pajama, hip over 2 equal to 18 inches. 0 to 3 साडी crotch line होएगी. 3 to 4 hip over 2 equal to 18 inches होएगा. Then 4 to 2 ਅਸੀਂ ਇੱਕ straight line draw ਕਰ ਦੇਣੀ ਹੈ. Draw a straight line from 2 to 4. ਇਸ ਤੋਂ next 0 to 5. 0 to 5 ਸਾਡੀ knee length ਹੋਏਗੀ, ਘੁਟਨੇ ਦੀ ਲੰਬਾਈ. ਇਹ ਅਸੀਂ ਕਰਨੀ ਹੈ 2/3 of full length. full length ਦਾ 2/3 ਕਰਕੇ ਅਸੀਂ 26.5 ਇੰਚ ਤੇ ਇਹ knee length ਲੈਣੀ ਹੈ. 5 ਤੋਂ 6 5 to 6 ਸਾਡੀ knee round ਹੋਏਗਾ. knee round ਹੋਏਗਾ bottom over 2 plus 1 inch equal to 9 inches. 1 to 7 ਸਾਡੀ bottom line ਹੋਏਗੀ, ਜੋ ਕਿ bottom over 2 equal to 8 inches ਹੋਏਗੀ. Then 4 to 6 and 6 to 7 ਅਸੀਂ join in leg shape with the help of French curve. French curve ਦੀ help ਦੇ ਨਾਲ ਅਸੀਂ leg shape ਨੂੰ join ਕਰ ਦੇਣਾ ਹੈ. ਅਲੀਗੜ੍ਹ ਪਜਾਮੇ ਦੀ ਡਰਾਫਟਿੰਗ ਤੋਂ next ਅਸੀਂ ਕਰਾਂਗੇ crutch, gust ਦੀ drafting. Gust means ਮਿਆਨੀ.
ਮਿਆਨੀ ਇਸ ਪਜਾਮੇ ਦੇ ਵਿੱਚ ਆਪਸ਼ਨਲ ਹੁੰਦੀ ਹੈ। ਅਸੀਂ ਦੋ ਤਰੀਕੇ ਦੇ ਨਾਲ ਅੱਗੇ ਕਟਿੰਗ ਦੇ ਵਿੱਚ ਡਿਸਕਸ ਕਰਾਂਗੇ। ਸੋ ਮਿਆਨੀ ਦਾ ਜਿਹੜਾ ਗਸਟ ਦਾ ਡਰਾਫਟ ਹੈ 0 to 1 hip over 6 equal to 6 inches, 0 to 1 equal to 6 inches. Make a center point and draw an imaginary line. Center point ਜਿਵੇਂ ਕਿ ਅਸੀਂ 0 to 1 ਦਾ ਹਾਫ ਕਰਕੇ 2 ਨੰਬਰ ਤੋਂ ਇੱਕ imaginary line ਜਿਹੜੀ ਕਿ ਹੈ draw ਕਰਨੀ ਹੈ ਔਰ ਉਸਨੂੰ 3 ਨੰਬਰ ਦੇਣਾ ਹੈ। 3 ਨੰਬਰ ਦੇਣ ਤੋਂ ਬਾਅਦ 1 ਤੋਂ 3 ਹਿਪ ਓਵਰ 4 ਅਸੀਂ ਕਰਨਾ ਹੈ ਜੋ ਕਿ 9 ਇੰਚਸ ਹੋਏਗਾ। ਹਿਪ ਓਵਰ 4 equal to 9 ਇੰਚਸ। ਸੋ 1 2 3 ਪੁਆਇੰਟ 1 ਤੋਂ ਲੈ ਕੇ 3 ਤੱਕ 9 ਇੰਚ ਦਾ ਲਾਈਨ ਡਰਾ ਕਰਨੀ ਹੈ। ਉਸ ਤੋਂ ਬਾਅਦ 1 ਤੋਂ 3 ਤੇ 3 ਤੋਂ 0 ਨੂੰ ਜੁਆਇਨ ਕਰ ਦੇਣਾ ਹੈ। 1 ਤੋਂ 3 ਔਰ 3 ਤੋਂ 0 ਨੂੰ ਅਸੀਂ ਜੁਆਇਨ ਕਰ ਦੇਣਾ ਹੈ। ਨੈਕਸਟ ਅਸੀਂ ਕਰਾਂਗੇ ਪੈਟਰਨ ਕਟਿੰਗ ਆਫ ਅਲੀਗੜ੍ਹ ਪਜਾਮਾ। Pattern cutting of Aligarh pajama. After making draft of Aligarh pajama, next step will be cutting of pattern on paper in any scale to cut in any scale. कि drafting ਕਰਨ ਤੋਂ ਬਾਅਦ ਅਸੀਂ ਅਲੀਗੜ੍ਹ ਪਜਾਮੇ ਦਾ ਅਗਲਾ ਸਟੈਪ ਹੈ ਜਿਹੜਾ ਕੀ ਹੈ ਕਟਿੰਗ ਕਰਾਂਗੇ ਪੈਟਰਨ ਪੇਪਰ ਦੇ ਉੱਤੇ ਕਿਸੇ ਵੀ ਸਕੇਲ ਦੇ ਵਿੱਚ। To cut a full scale pattern, we will need the following tools and equipments. Full scale pattern ਕੱਟਣ ਲਈ ਸਾਨੂੰ ਇੰਚੀ ਟੇਪ, ਮਾਰਕਰ, ਗ੍ਰੈਜੂਏਟ ਸਕੇਲ, ਲੈਗ ਸ਼ੇਪਰ ਔਰ ਸੀਜ਼ਰਸ ਦੀ ਜ਼ਰੂਰਤ ਹੋਏਗੀ। ਜਿਸ ਤਰ੍ਹਾਂ ਕਿ ਅਸੀਂ ਸਮਾਲ ਸਕੇਲ ਪੈਟਰਨ ਕੱਟਿਆ ਹੈ ਇਸ ਲਈ ਸਾਨੂੰ ਡਰਾਫਟਿੰਗ ਸਕੇਲ, ਪੈਨਸਿਲ, ਇਰੇਜ਼ਰ, ਫ੍ਰੈਂਚ ਕਰਵ ਔਰ ਪੇਪਰ ਸੀਜ਼ਰਸ ਦੀ ਜ਼ਰੂਰਤ ਪਈ। So pattern of Aligarh pajama is shown in the picture. Picture ਦੇ ਵਿੱਚ ਅਲੀਗੜ੍ਹ ਪਜਾਮੇ ਦਾ ਪੈਟਰਨ ਸ਼ੋ ਕੀਤਾ ਗਿਆ ਹੈ। ਪੈਟਰਨ ਕੱਟਣ ਤੋਂ ਬਾਅਦ ਗੱਲ ਕਰਾਂਗੇ layout of ਅਲੀਗੜ੍ਹ ਪਜਾਮਾ। While doing layout, we will need to estimate the fabric. Layout ਕਰਨ ਸਮੇਂ ਸਾਨੂੰ ਕੱਪੜੇ ਦਾ ਅੰਦਾਜ਼ਾ ਲਗਾਉਣ ਦੀ ਜ਼ਰੂਰਤ ਹੋਏਗੀ। ਇਸ ਲਈ ਅਸੀਂ 90 ਸੈਂਟੀਮੀਟਰ width of cloth ਮਤਲਬ ਕਿ 90 ਸੈਂਟੀਮੀਟਰ ਛੋਟੇ ਅਰਜ ਦਾ ਕੱਪੜਾ ਲਵਾਂਗੇ ਜਿਹਦੇ ਵਿੱਚ ਅਸੀਂ 2 into length plus 2 inch plus 1 inch ਜਿਹੜਾ ਕਿ bottom fold ਹੋਏਗਾ ਔਰ ਨੇਫੇ ਦਾ fold ਹੋਏਗਾ ਕੱਪੜਾ ਲਵਾਂਗੇ ਜੋ ਕਿ 83 ਇੰਚਸ ਦੇ ਇਕੁਅਲ ਹੋਏਗਾ। ਅਪਰੋਕਸੀਮੇਟ 2.25 ਮੀਟਰ ਕੱਪੜੇ ਦੀ ਸਾਨੂੰ ਜ਼ਰੂਰਤ ਹੋਏਗੀ। ਸਭ ਤੋਂ ਪਹਿਲਾਂ spread the fabric on cutting table on full width. ਸਭ ਤੋਂ ਪਹਿਲਾਂ ਅਸੀਂ ਕਟਿੰਗ ਕਰਨ ਵਾਸਤੇ ਕਟਿੰਗ ਟੇਬਲ ਦੇ ਉੱਤੇ ਕੱਪੜੇ ਨੂੰ ਪੂਰੀ ਚੌੜਾਈ ਦੇ ਵਿੱਚ ਵਿਛਾ ਦੇਣਾ ਹੈ and required length of 83 ਔਰ 83 ਜੋ ਕਿ ਸਾਡੇ ਕੱਪੜੇ ਦੀ required length ਹੈ length wise ਵੀ ਵਿਛਾ ਦੇਣਾ ਹੈ। ਸਭ ਤੋਂ ਪਹਿਲਾਂ ਕਟਿੰਗ ਟੇਬਲ ਦੇ ਉੱਤੇ ਕੱਪੜੇ ਨੂੰ 36 ਇੰਚ ਚੌੜਾਈ ਔਰ 83 ਇੰਚ ਲੰਬਾਈ ਦੇ ਵਿੱਚ ਵਿਛਾ ਦੇਣਾ ਹੈ। Make a center point of total width. Center point ਦਾ total width ਦਾ ਅਸੀਂ center point ਲੈ ਲੈਣਾ ਪੂਰੀ ਚੌੜਾਈ ਦਾ center point ਲੈ ਲੈਣਾ ਹੈ and fold the fabric from both sides and sew it. ਫਿਰ ਕੀ ਕਰਨਾ ਹੈ ਸਾਈਡਾਂ ਤੋਂ ਜਿਹੜਾ ਹੈ center point ਤੱਕ ਦੋਨੋਂ ਸਾਈਡਸ ਤੋਂ ਅਸੀਂ ਕੱਪੜਾ fold ਕਰ ਦੇਣਾ ਹੈ। ਦੋਨੋਂ ਸਾਈਡ ਤੋਂ fold ਕਰਨ ਦੇ ਵਿੱਚ center ਦੇ ਵਿੱਚ ਸਾਡੀ ਇੱਕ grain line ਦੋਨੋਂ ਸਾਈਡ ਦੀਆਂ grain line center ਦੇ ਵਿੱਚ ਮੈਚ ਕਰੂਗੀਆਂ ਔਰ ਉਸ grain line ਨੂੰ stitch with plain seam as shown in the picture. ਜਿਸ ਤਰ੍ਹਾਂ ਕਿ ਤੁਸੀਂ picture ਦੇ ਵਿੱਚ ਦੇਖ ਸਕਦੇ ਹੋ plain seam ਦੇ ਵਿੱਚ ਇਸ grain lines ਨੂੰ ਅਸੀਂ join ਕਰ ਦੇਣਾ ਹੈ ਸੀਨ ਲਗਾ ਦੇਣੀ ਹੈ ਇਸਨੂੰ plain seam ਲਗਾ ਕੇ ਇਹਨਾਂ ਦੋਵਾਂ ਜਿਹੜੀਆਂ grain lines ਨੂੰ ਹੁੰਦਾ ਹੈ ਆਪਸ ਦੇ ਵਿੱਚ ਜੋੜ ਦੇਣਾ ਹੈ। ਸੋ ਇਸ ਤੋਂ ਨੈਕਸਟ ਅਸੀਂ ਕੀ ਕਰਾਂਗੇ ਕਟਿੰਗ ਕਰਾਂਗੇ। ਕਟਿੰਗ ਜਿਹੜੀ ਹੈ ਉਹ ਕਿਸ ਤਰ੍ਹਾਂ ਕਰਨੀ ਹੈ ਕੱਪੜਾ ਵਿਛਾ ਲਿਆ ਹੈ 36 and 83 36 width ਔਰ 83 ਲੈਂਥ ਦੇ ਵਿੱਚ ਸੈਂਟਰ ਲਾਈਨ ਲਗਾ ਲਈ ਹੈ ਔਰ ਬੋਥ ਸਾਈਡ ਤੋਂ ਫੋਲਡ ਕਰ ਦਿੱਤਾ ਹੈ ਜਿਸ ਤਰ੍ਹਾਂ ਕਿ ਪਿਕਚਰ ਦੇ ਵਿੱਚ ਦਿਖਾਇਆ ਗਿਆ ਹੈ। ਠੀਕ ਹੈ ਦੋਨੋਂ ਸਾਈਡ ਫੋਲਡ ਕਰਨ ਤੋਂ ਬਾਅਦ ਅਸੀਂ ਕੀ ਕਰਨਾ ਹੈ ਸੈਂਟਰ ਲਾਈਨ ਨੂੰ ਪਲੇਨ ਸੀਮ ਦੇ ਨਾਲ ਸਟਿਚ ਕਰ ਦਿੱਤਾ ਹੈ। ਫਿਰ ਅਸੀਂ ਨੈਕਸਟ ਕਰਨਾ ਹੈ spread the pattern on it. ਇਸ ਤਰ੍ਹਾਂ ਪਲੇਨ ਸੀਮ ਸਾਰੀ ਸਟਿਚ ਕਰਨ ਤੋਂ ਬਾਅਦ ਜਿਵੇਂ ਕਿ ਪਿਕਚਰ 'ਚ ਦਿਖਾਇਆ ਜਾ ਰਿਹਾ ਹੈ ਅਸੀਂ ਕੀ ਕਰਨਾ ਹੈ ਇਹਦੇ ਉੱਪਰ ਪੈਟਰਨ ਵਿਛਾ ਦੇਣਾ ਹੈ।
ਜਿਹੜਾ कि ਸੈਕਿੰਡ ਪਿਕਚਰ ਦੇ ਵਿੱਚ ਸ਼ੋ ਕੀਤਾ ਹੋਇਆ। ਪੈਟਰਨ ਵਿਛਾਉਣ ਤੋਂ ਬਾਅਦ ਅਸੀਂ ਨਿਸ਼ਾਨ ਲਗਾ ਲੈਣੇ ਹਨ। ਨਿਸ਼ਾਨ ਲਗਾਉਣ ਤੋਂ ਬਾਅਦ ਅਸੀਂ ਲੱਗੇ ਹੋਏ ਨਿਸ਼ਾਨਾਂ ਦੇ ਉੱਤੇ, ਜਿਵੇਂ ਕਿ ਸੈਕਿੰਡ ਪਿਕਚਰ ਵਿੱਚ ਸ਼ੋ ਹੋ ਰਿਹਾ ਹੈ, ਅਸੀਂ ਕੱਟ ਔਨ ਦਾ ਕ੍ਰਾਸ ਮਾਰਕਸ ਹੈ। ਮੈਂ ਕ੍ਰਾਸ ਮਾਰਕਸ ਦੇ ਨਾਲ ਕਟਿੰਗ ਲਾਈਨ ਸ਼ੋ ਕੀਤੀ ਹੈ। ਜਿੱਥੋਂ ਜਿੱਥੋਂ ਅਸੀਂ ਕਟਿੰਗ ਕਰਨੀ ਹੈ, ਪੈਟਰਨ ਨੂੰ ਅਸੀਂ ਚੁੱਕ ਲੈਣਾ ਹੈ। ਟੇਕ ਆਫ ਦਾ ਪੈਟਰਨ, ਪੈਟਰਨ ਨੂੰ ਨਿਸ਼ਾਨ ਲਗਾਉਣ ਤੋਂ ਬਾਅਦ ਚੱਕ ਲੈਣਾ ਹੈ। ਐਂਡ ਕੱਟ ਔਨ ਦਾ ਕ੍ਰਾਸ ਮਾਰਕਸ ਵਿਦ ਦ ਹੈਲਪ ਆਫ ਸੀਜ਼ਰ। ਸੀਜ਼ਰਸ ਦੀ ਮਦਦ ਦੇ ਨਾਲ ਅਸੀਂ ਕ੍ਰਾਸ ਮਾਰਕਸ ਦੇ ਉੱਤੇ ਕਟਿੰਗ ਕਰ ਦੇਣੀ ਹੈ। ਕਟਿੰਗ ਕਰਨ ਤੋਂ ਬਾਅਦ ਅਸੀਂ ਕੀ ਕਰਾਂਗੇ? ਸਟਿਚਿੰਗ। ਸਟਿਚਿੰਗ ਜਿਹੜੀ ਹੈ ਦੋ ਤਰੀਕਿਆਂ ਦੇ ਨਾਲ, ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਹੈ। ਇਸ ਅਲੀਗੜ੍ਹ ਪਜਾਮੇ ਨੂੰ ਅਸੀਂ ਗਸਟ ਦੇ ਨਾਲ ਜਾਂ ਵਿਦਾਊਟ ਗਸਟ, ਮੀਨਸ ਮਿਆਨੀ ਦੇ ਨਾਲ ਔਰ ਵਿਦਾਊਟ ਮਿਆਨੀ ਵੀ ਬਣਾ ਸਕਦੇ ਹਾਂ। ਅਸੀਂ ਪਹਿਲਾਂ ਵਿਦਾਊਟ ਮਿਆਨੀ ਕਿਵੇਂ ਕਰਨਾ ਹੈ, ਜਿਸ ਤਰ੍ਹਾਂ ਕਿ ਅਸੀਂ ਕਟਿੰਗ ਮੈਥਡ ਕੀਤਾ ਹੈ, ਸੇਮ ਉਸੇ ਤਰੀਕੇ ਨਾਲ ਕਟਿੰਗ ਕਰਨ ਤੋਂ ਬਾਅਦ ਅਸੀਂ ਫਸਟ ਸਟੈਪ ਕੀ ਹੋਏਗਾ ਸਾਡਾ ਸਟਿਚਿੰਗ ਦਾ? The first step of stitching is to sew the center grain line as we have already done this before cutting। ਜਿਹੜਾ ਕਿ ਸਭ ਤੋਂ ਪਹਿਲਾ ਸਟੈਪ ਹੋਏਗਾ, ਸੈਂਟਰ ਗ੍ਰੇਨ ਲਾਈਨਸ ਨੂੰ ਸੀਮ ਲਗਾਉਣਾ ਹੋਏਗਾ, ਜੋ ਕਿ ਅਸੀਂ ਕਟਿੰਗ ਕਰਨ ਤੋਂ ਪਹਿਲਾਂ ਹੀ ਕਰ ਚੁੱਕੇ ਹਾਂ, ਲਗਾ ਚੁੱਕੇ ਹਾਂ ਗ੍ਰੇਨ ਲਾਈਨ ਦੇ ਉੱਤੇ ਸੀਮ। ਸੈਕਿੰਡ ਸਟੈਪ ਸਾਡਾ ਕੀ ਹੋਏਗਾ? ਨਾਓ ਫॉर द ਬॉटम ਲਾਈਨ, ਅਸੀਂ ਬॉटम ਲਾਈਨ ਸੀਓ ਕਰਾਂਗੇ। ਇਹਦੇ ਵਿੱਚ ਕੀ ਹੈਗਾ? ਦੋਨੋਂ ਸਾਈਡ ਫੋਲਡ ਹੈ। ਦੋਨੋਂ ਸਾਈਡ ਫੋਲਡ ਹੋਣ ਕਰਕੇ ਸਾਨੂੰ ਸਾਈਡ ਸੀਮਸ ਲਗਾਉਣ ਦੀ ਜ਼ਰੂਰਤ ਨਹੀਂ ਪਏਗੀ। ਇਸ ਕਰਕੇ ਸੈਂਟਰ ਸੀਮ ਲਗਾਉਣ ਤੋਂ ਬਾਅਦ, ਜਿਸ ਤਰ੍ਹਾਂ ਕਿ ਨੰਬਰ 1 ਦੇ ਨਾਲ ਮੈਂ ਸ਼ੋ ਕੀਤਾ ਹੈ, ਸੈਂਟਰ ਸੀਮ ਲਗਾਉਣ ਤੋਂ ਬਾਅਦ ਅਸੀਂ ਬਾਟਮ ਸੀਮ ਲਗਾਵਾਂਗੇ, ਜਿਸ ਨੂੰ 2 ਨੰਬਰ ਦੇ ਨਾਲ ਇੰਡੀਕੇਟ ਕੀਤਾ ਹੈ। ਬਾਟਮ ਸੀਮ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਤੁਸੀਂ 1/4 ਇੰਚ ਅੰਦਰ ਵਾਲੇ ਪਾਸੇ ਨੂੰ ਫੋਲਡ ਕਰਨਾ ਹੈ, ਦੈਨ ਅਗੇਨ 1 ਇੰਚ ਫੋਲਡ ਕਰਨਾ ਹੈ ਔਰ ਇਸ ਦੀ ਹੈਮ ਲਾਈਨ ਦੇ ਉੱਤੇ ਸਿੰਪਲ ਸੀਮ ਲਗਾ ਦੇਣੀ ਹੈ। ਨਾਓ for bottom line, by folding 1/4 inside and then again fold 1 inch and sew it on the hem line। 1/4 ਇੰਚ ਅੰਦਰ ਨੂੰ ਫੋਲਡ ਕਰਕੇ 1 ਇੰਚ ਅਸੀਂ ਫੇਰ ਅੰਦਰ ਨੂੰ ਫੋਲਡ ਕਰ ਦੇਣਾ ਹੈ ਔਰ ਹੈਮ ਲਾਈਨ ਦੇ ਉੱਤੇ ਸਿੰਪਲ ਸੀਮ ਦੇ ਨਾਲ ਸਟਿਚ ਕਰ ਦੇਣਾ ਹੈ। Now sew the inside seam with 1/4 seam allowance। ਹੁਣ ਅਸੀਂ 3 ਨੰਬਰ ਜਿਹੜੀ ਕਿ ਇੰਡੀਕੇਟ ਕੀਤਾ ਹੈ ਇਨਸਾਈਡ ਸੀਮ, 3 ਨੰਬਰ ਨਾਲ ਇਨਸਾਈਡ ਸੀਮ ਨੂੰ ਇੰਡੀਕੇਟ ਕੀਤਾ ਹੈ। 1/4 ਇੰਚ ਸੀਮ ਅਲਾਉਂਸ ਦੇ ਕੇ ਅਸੀਂ ਇਨਸਾਈਡ ਸੀਮ ਲਗਾ ਦੇਣੀ ਹੈ। फोर्थ पॉइंट साडा की होएगा? At last we will sew the casing with plain seam as shown in the picture with number 4। नंबर 4 ਦੇ ਨਾਲ ਅਸੀਂ ਨੇਫੇ ਦੀ ਸਿਲਾਈ ਨੂੰ ਸ਼ੋ ਕੀਤਾ ਹੈ। plain seam ਦੇ ਨਾਲ ਇਹ ਵਾਲੀ ਸਿਲਾਈ ਅਸੀਂ ਲਗਾਵਾਂਗੇ। ਸੋ ਐਂਡ ਤੇ ਅਸੀਂ ਸਾਰੇ ਸੀਮਸ ਲੱਗਣ ਤੋਂ ਬਾਅਦ ਐਂਡ ਤੇ ਜਿਹੜੀ ਹੈ ਬਿਨਾ ਮਿਆਨੀ ਵਾਲੇ ਪਜਾਮੇ ਦੀ ਸਿਲਾਈ ਨੇਫੇ ਨੂੰ ਫੋਲਡ ਕਰਨ ਤੋਂ ਬਾਅਦ ਖਤਮ ਹੁੰਦੀ ਹੈ। ਸੋ ਇਹ ਸੀ ਮੈਥਡ 1, ਜਿਹੜਾ ਕਿ ਅਸੀਂ ਵਿਦਾਊਟ ਮਿਆਨੀ ਡਿਸਕਸ ਕੀਤਾ ਹੈ। ਇਸ ਤੋਂ ਨੈਕਸਟ ਮੈਥਡ ਹੋਏਗਾ ਮੈਥਡ 2, ਜਿਹੜਾ ਕਿ ਅਸੀਂ ਵਿਦ ਮਿਆਨੀ ਜਿਹੜਾ ਪਜਾਮਾ ਕੱਟਦੇ ਹਾਂ। ਵਿਦ ਮਿਆਨੀ ਜਿਹੜਾ ਅਸੀਂ ਪਜਾਮਾ ਅਲੀਗੜ੍ਹ ਪਜਾਮਾ ਬਣਾਉਂਦੇ ਹਾਂ, ਉਹਦੀ ਸਟਿਚਿੰਗ ਕੀ ਹੋਏਗੀ? ਟੂ ਸੀਓ ਅਲੀਗੜ੍ਹ ਪਜਾਮਾ ਵਿਦ ਅ ਗਸਟ ਇਜ਼ ਐਨ ਆਪਸ਼ਨ। ਸੋ ਉਹੀ ਪਹਿਲਾਂ ਜੋ ਮੈਂ ਦੱਸਿਆ ਕਿ ਇੱਕ ਪਜਾਮੇ ਨੂੰ ਮਿਆਨੀ ਦੇ ਨਾਲ ਸਟਿਚ ਕਰਨਾ ਇੱਕ ਆਪਸ਼ਨ ਹੁੰਦੀ ਹੈ। ਮੀਨਸ ਵੀ ਕੈਨ ਸਟਿਚ ਸੀਓ ਇਟ ਵਿਦ ਗਸਟ ਔਰ ਵਿਦਾਊਟ। ਅਸੀਂ ਇਹਨੂੰ ਮਿਆਨੀ ਤੋਂ ਬਿਨਾਂ ਔਰ ਮਿਆਨੀ ਦੇ ਨਾਲ ਦੋਨੋਂ ਤਰੀਕਿਆਂ ਨਾਲ ਬਣਾ ਸਕਦੇ ਹਾਂ। ਮਿਆਨੀ ਨਾਲ ਬਣਾਉਣ ਦਾ ਜਿਹੜਾ ਮੈਥਡ ਹੈ ਥੋੜਾ ਜਿਹਾ ਡਿਫਰੈਂਟ ਹੋਏਗਾ। ਉਹਦੇ ਵਿੱਚ ਅਸੀਂ ਕੀ ਕਰਨਾ ਹੈ? ਕੱਪੜੇ ਨੂੰ ਫੋਲਡ ਕਰਨਾ ਹੈ। ਫੋਲਡ ਕਰਨ ਤੋਂ ਵਿਡਥ ਵਾਈਜ਼ ਫੋਲਡ ਕਰਨ ਤੋਂ ਬਾਅਦ ਅਸੀਂ ਕੀ ਕਰਨਾ ਹੈ? ਜਿਹੜਾ ਫੋਲਡ ਵਾਲਾ ਪਾਸਾ ਆਪਣੇ ਵੱਲ ਰੱਖ ਕੇ ਓਪਨ ਪਾਸਾ ਦੂਸਰੀ ਸਾਈਡ ਨੂੰ ਕਰ ਦੇਣਾ ਹੈ ਔਰ ਉਹਦੇ ਉੱਪਰ ਡਰਾਫਟਿੰਗ ਕਰਨੀ ਹੈ। ਉਹਦੇ ਉੱਪਰ ਡਰਾਫਟਿੰਗ ਕਰਨ ਤੋਂ ਬਾਅਦ ਕਟਿੰਗ ਕਰਨ ਤੋਂ ਬਾਅਦ ਕੀ ਹੁੰਦਾ? ਅਸੀਂ ਮਿਆਨੀ ਅਲੱਗ ਤਰੀਕੇ ਨਾਲ ਪਿਕਚਰ ਦੇ ਵਿੱਚ ਦਿਖਾਏ ਅਨੁਸਾਰ ਕੱਟ ਲੈਣੀ ਹੈ ਔਰ ਉਸਦਾ ਸਭ ਤੋਂ ਸਟਿਚਿੰਗ ਦਾ ਸਭ ਤੋਂ ਫਸਟ ਸਟੈਪ ਕੀ ਹੋਏਗਾ? we will sew the gust with crotch line। ਅਸੀਂ ਪਿਕਚਰ ਵਿੱਚ ਦਿਖਾਏ ਅਨੁਸਾਰ ਗਸਟ ਨੂੰ crotch line ਦੇ ਨਾਲ ਜੋੜ ਦੇਣਾ ਹੈ। then bottom seam, crotch line ਜੋੜਨ ਤੋਂ ਬਾਅਦ ਅਸੀਂ bottom seam ਲਗਾਵਾਂਗੇ। bottom ਦੀ ਸਿਲਾਈ ਕਰਨ ਤੋਂ ਬਾਅਦ ਅਸੀਂ after sew on bottom line we will stitch on inside seam। ਅਸੀਂ inside seam ਮਤਲਬ ਕਿ ਅੰਦਰਲੇ ਵਾਲੇ ਪਾਸੇ ਲੱਤ ਦੀ ਸਿਲਾਈ ਲਗਾਵਾਂਗੇ। same as first method the last step will be casing seam। ਪਹਿਲਾਂ ਦੇ ਮੈਥਡ ਦੇ ਵਾਂਗ ਹੀ
इस मैथड विच भी साडा लास्ट स्टैप जिहड़ा है वो होएगा केजिंग मीनस नेफे दी सिलाई, नेफा फोल्ड करके उस दे विच सिलाई लगाना। सो अलीगढ़ पजामा जो है तां सिंपल पजामे नालों थोड़ा जा डिफरेंट, बट इहदा जिहड़ा कटिंग और स्टिचिंग मैथड है वो असी अज डिस्कस कीता दो तरीकिਆਂ ਦੇ ਨਾਲ। फर्स्ट ਉਹ ਸੀ ਜਿਹੜਾ ਅਸੀਂ ਮਿਆਨੀ ਤੋਂ ਬਿਨਾ ਕਰ ਸਕਦੇ ਹਾਂ, ਜਿਹਦੇ ਵਿੱਚ ਦੋਨੋਂ ਸਾਈਡ ਫੋਲਡ ਹੋਣ ਕਾਰਨ ਸਾਨੂੰ ਸਿਲਾਈ ਲਗਾਉਣ ਦੀ ਜ਼ਰੂਰਤ ਨਹੀਂ ਹੁੰਦੀ और ਅਸੀਂ सिर्फ सेंटर सीम ते सिलाई लगा के बॉटम और नेफा फोल्ड करते हैं और ਅਸੀਂ इनसाइड सीम लगा के अलीगढ़ पजामा नू मैथड 1 ਦੀ स्टिचिंग ਦੇ अकॉर्डिंग कंप्लीट कर ਦਿੰਨੇ ਆ। और मैथड 2 ਦੇ ਵਿੱਚ ਅਸੀਂ डिस्कस ਕੀਤਾ विदाउट विद म्यानी मीनस विद गस्ट ਅਸੀਂ ਇਹ पजामे ਦੀ स्टिचिंग ਕੀਤੀ, ਜਿਹਦੇ ਵਿੱਚ ਅਸੀਂ ਇੱਕ फोल्ड करना है और दूसरे पासों ਉਹਨੂੰ खुला रखना है। फैब्रिक नू इस तरह फोल्ड करना है सेंटर दे विच कि बंद वाला पासा साडी वाली साइड रहना है और ओपन साइड दूसरे पासे। ओपन वाली साइड फर्स्ट स्टेप दे विच असीं क्रच लाइन दे नाल म्यानी नू स्टिच कर देना है। उस तो बाद असीं बॉटम दी सीम लगानी है। बॉटम सीम लगाने तो बाद असीं इनसाइड सीम लगा के दैन नेफा फोल्ड करना है, जिस दे नाल साडी अलीगढ़ पजामे दी विद गस्ट ਜਿਹੜੀ ਸਟਿਚਿੰਗ ਹੈ ਉਹ ਕੰਪਲੀਟ ਹੋ ਜਾਂਦੀ ਹੈ। ਸੋ ਅੱਜ ਦੇ ਇਸ ਟੌਪਿਕ ਦੇ ਵਿੱਚ ਤੁਸੀਂ ਅਲੀਗੜ੍ਹ ਪਜਾਮੇ ਦੀ ਡਰਾਫਟਿੰਗ, ਪੈਟਰਨ ਕਟਿੰਗ, ਲੇਆਊਟ, ਸਟਿਚਿੰਗ, ਮੈਥਡ 1 ਐਂਡ ਮੈਥਡ 2 ਸਾਰਾ ਕੁਝ ਸੁਣਿਆ, ਦੇਖਿਆ। ਹੋਪਫੁਲੀ ਤੁਹਾਨੂੰ ਸਭ ਨੂੰ, ਸਾਰੇ ਸਟੂਡੈਂਟਸ ਨੂੰ ਇਹ ਟੌਪਿਕ ਕਲੀਅਰ ਹੋ ਗਿਆ ਹੋਵੇਗਾ। ਸੋ ਇਸ ਦੇ ਨਾਲ ਹੀ ਮੇਰਾ ਕੁਐਰੀ ਸੈਕਸ਼ਨ ਜੋ ਹੈ ਉਹ ਸਟਾਰਟ ਹੁੰਦਾ ਹੈ। क्वेरी सैक्शन दे विच मैं तुहाडे सब वालों जिहड़े भी सवाल पूछे जाणगे उन्हां दे जवाब देवांगी। अगर किसी भी स्टूडेंट्स दा, किसी भी पार्टिसिपेंट दा कोई क्वेश्चन है तो काइंडली मैनूं पूछ सकदे हैं। प्लीज अगर किसी बच्चे का कोई क्वेश्चन है तो अपना हाथ खड़ा कर लो, मैं उन्होंने अनम्यूट कर दांगा। जिस किसी पार्टिसिपेंट ने भी कुछ पूछना है अपना हैंड रेज कर दियो प्लीज, ताकि तुहानू अनम्यूट कर दिता जावे सो दैट तुसी अपना क्वेश्चन मैनू पूछ सको। रेडमी कोई हैंड रेज कर रहा है? रेडमी सर काइंडली अनम्यूट कर दियो। रेडमी जी अपने आप अनम्यूट करो ते क्वेश्चन पूछो। हाँ जी मैम, सत श्री अकाल जी। सत श्री अकाल जी। ड्राफ्टिंग थोड़ा दोबारा समझा देना जी, मेरे को लेट ऐड हो गया नेटवर्क प्रॉब्लम कारण। कौन बोल रहे हो जी? मैं रमनीत कौर बोल रही हूँ मैडम, स्टूडेंट। ओके, किस ITI तो बेटा? मैडम कपूरथले दी ITI। ओके जी। ड्राफ्टिंग, हाँ जी मैम। ठीक है बेटा, स्क्रीन ते तुसी ड्राफ्टिंग देख रहे हो, बहुत ही ईजी ड्राफ्टिंग है इसदी, जिहदे विच सब तो पहला असी 0 to 1 लेंथ लई सी। 0 to 2 असी कपड़े दी चौड़ाई सी जिहड़ी कि हिप ओवर 2 सी। 0 to 3 जिहड़ी सीगी साडी हिप लाइन, क्रॉच लाइन सी, और 3 to 4 साडी हिप लाइन जिहड़ी कि हिप ओवर 2 सीगी। और 0 to 5 असी नी लेंथ लई सी 2/3, 2/3 करके टोटल लेंथ दा 2/3 करके असी नी लेंथ लई सी। 5 to 6 असी लई सी नी राउंड जिहड़ा कि बॉटम ओवर 2 + 1 इंच सी। इसी तरह 1 to 7 साडी बॉटम लाइन सी जिहड़ी कि बॉटम ओवर 2 सीगी। बॉटम ओवर 2 बॉटम लाइन ड्रॉ करन तो बाद असी 4 to 6 और 6 to 7 नू असी लेग दी शेप दे विच जॉइन कर दिता सी। ठीक है, होपफुली समझ आ गई होएगी। सो नेक्स्ट क्वेरी प्लीज। अगर किसी दी क्वेरी है तो काइंडली हैंड रेज कर दियो। हेलो हेलो हेलो, हाँ जी परवीन मैम, मैं मनिंदर बोल रही हूँ।
ਸਤਿ ਸ਼੍ਰੀ ਅਕਾਲ ਮੈਮ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਮੈਮ ਤੁਹਾਡਾ ਲੈਕਚਰ ਬਹੁਤ ਵਧੀਆ ਸੀਗਾ, ਬਹੁਤ ਐਕਸੀਲੈਂਟ ਵੇ ਨਾਲ ਤੁਸੀਂ ਅਲੀਗੜ੍ਹ ਪਜਾਮੇ ਦੇ 2 ਮੈਥਡਸ ਦੀ ਸਟਿਚਿੰਗ ਦੱਸੀ ਹੈ ਬੱਚਿਆਂ ਨੂੰ, ਜੀ ਤੇ ਮੈਮ, ਥੈਂਕ ਮੈਂ ਯੂ ਜੀ। ਉਮੀਦ ਕਰਦੀ ਹਾਂ ਕਿ ਬੱਚੇ ਦੋਨੋਂ ਮੈਥਡਸ ਨੂੰ ਆਪਣੀ ਲਾਈਫ ਵਿੱਚ ਯੂਜ਼ ਕਰਕੇ ਅਲੀਗੜ੍ਹ ਪਜਾਮਾ ਈਜ਼ੀਲੀ ਸਟਿਚ ਕਰ ਸਕਦੇ ਆ। ਜੀ ਮੈਮ, ਥੈਂਕ ਯੂ ਸੋ ਵੈਰੀ ਮਚ ਮੈਮ, ਥੈਂਕ ਯੂ ਜੀ। ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਸ ਮੈਥਡ ਦੇ ਨਾਲ ਬੱਚਿਆਂ ਨੂੰ ਗਾਈਡ ਕਰੀਏ ਸੋ ਦੈਟ ਉਹਨੂੰ ਈਜ਼ੀਲੀ ਪਿਕ ਕਰ ਸਕਣ ਔਰ ਆਪਣੀ ਲਾਈਫ ਦੇ ਵਿੱਚ ਯੂਜ਼ ਵਾਸਤੇ ਅਪਲਾਈ ਕਰ ਸਕਣ। ਥੈਂਕ ਯੂ ਮੈਮ, ਥੈਂਕ ਯੂ ਮੈਮ। ਥੈਂਕ ਯੂ। Thank you, ma'am. Thank you so much for joining us. Praveen ma'am, मैं end कर रहे हैं session. ਜੀ ਸਰ, ਠੀਕ ਹੈ ਜੀ ਸਰ। ਮੈਂ ਡਿਪਾਰਟਮੈਂਟ ਵਾਲੀ ਇੱਕ ਵਾਰੀ ਵਰਚੁਅਲ ਪਲੇਸ ਡਰਾਈਵ ਸੰਬੰਧੀ ਜਿਹੜੀ ਇਨਫੋਰਮੇਸ਼ਨ ਹੈ ਇੱਕ ਵਾਰੀ ਫਿਰ ਰਿਪੀਟ ਕਰਨਾ ਚਾਹਾਂਗੀ, ਉਸ ਦੇ ਨਾਲ ਹੀ ਫਿਰ ਆਪਾਂ ਐਂਡ ਕਰ ਦਿੰਨੇ ਆ। ਸੋ ਲਾਸਟ ਦੇ ਵਿੱਚ ਫਿਰ ਮੈਂ ਵਰਚੁਅਲ ਪਲੇਸਮੈਂਟ ਡਰਾਈਵ ਸੰਬੰਧੀ ਇਨਫੋਰਮੇਸ਼ਨ ਦੇਣਾ ਚਾਹਾਂਗੀ, ਜਿਹੜੀ ਕਿ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਵੱਖ-ਵੱਖ ਇੰਡਸਟਰੀਜ਼ ਵਿੱਚ ITI ਵਿੱਚ ਵੱਖ-ਵੱਖ ਟ੍ਰੇਡਾਂ ਦੇ ਹੁਨਰਮੰਦ ਪਾਸ ਆਊਟ ਸਿੱਖਿਆਰਥੀਆਂ ਨੂੰ ਪਲੇਸ ਕਰਾਉਣ ਲਈ ਸਪੈਸ਼ਲ ਵਰਚੁਅਲ ਪਲੇਸਮੈਂਟ ਡਰਾਈਵ ਜਿਹੜੀ ਹੈ 15 ਜੂਨ 2020 ਤੋਂ ਲਗਾਤਾਰ ਚਲਾਈ ਜਾ ਰਹੀ ਹੈ। ITI ਦੇ ਪਾਸ ਆਊਟ ਅਤੇ ਫਾਈਨਲ ਈਅਰ ਦੇ ਸਿੱਖਿਆਰਥੀਆਂ ਲਈ ਜਿੱਦਾਂ ਕਿ ਇਹ ਨੌਕਰੀ ਪ੍ਰਾਪਤ ਕਰਨ ਦਾ ਬਹੁਤ ਹੀ ਸੁਨਹਿਰੀ ਮੌਕਾ ਹੈ। ਸੋ ਸਕਰੀਨ ਤੇ ਦਿਖਾਏ ਗਏ ਲਿੰਕ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਵਾਓ ਔਰ ਰਜਿਸਟਰ ਕਰਵਾਉਣ ਤੋਂ ਬਾਅਦ ਜੋ ਕਿ ਜ਼ੂਮ ਐਪ ਔਰ WhatsApp ਰਾਹੀਂ ਇੰਟਰਵਿਊ ਕਰਵਾਈ ਜਾਏਗੀ ਔਰ ਇੰਡਸਟਰੀਜ਼ ਵੱਲੋਂ ਸਿਲੈਕਟਡ ਉਮੀਦਵਾਰਾਂ ਨੂੰ ਸਾਡੇ ਡਿਪਾਰਟਮੈਂਟ ਵੱਲੋਂ ਨਿਯੁਕਤੀ ਪੱਤਰ ਭੇਜ ਦਿੱਤੇ ਜਾਣਗੇ। ਸੋ ਮੇਰੀ ਸਾਰੇ ਸਿੱਖਿਆਰਥੀਆਂ ਤੇ ਸਟਾਫ ਮੈਂਬਰਸ ਨੂੰ ਬੇਨਤੀ ਹੈ ਕਿ ਸਕਰੀਨ ਤੇ ਦਿਖਾਏ ਗਏ ਲਿੰਕ ਨੂੰ ਆਪਣੇ ਟ੍ਰੇਡ ਦੇ ਪਾਸ ਆਊਟ ਅਤੇ ਫਾਈਨਲ ਈਅਰ ਦੇ ਸਿੱਖਿਆਰਥੀਆਂ ਔਰ ਆਪਣੇ ਆਲੇ ਦੁਆਲੇ ਏਰੀਆ ਦੇ ਵਿੱਚ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰਵਾਓ ਤਾਂ ਜੋ ਜ਼ਰੂਰਤਮੰਦ ਉਮੀਦਵਾਰ ਇਸ ਦਾ ਲਾਭ ਲੈ ਸਕਣਗੇ। ਸੋ ਇਹ ਸੀ ਵਰਚੁਅਲ ਪਲੇਸਮੈਂਟ ਡਰਾਈਵ ਸੰਬੰਧੀ ਸੂਚਨਾ। ਇਸ ਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਕਰਦੀ ਹਾਂ। ਥੈਂਕ ਯੂ ਰਜਨੀਸ਼ ਸਰ, ਬਹੁਤ ਅੱਛੇ ਤਰੀਕੇ ਦੇ ਨਾਲ ਕੋਆਰਡੀਨੇਟ ਕਰਨ ਦੇ ਲਈ। ਥੈਂਕ ਯੂ ਨਿਮੀ ਐਂਡ ਥੈਂਕ ਯੂ ਮੇਰਾ ਡਿਪਾਰਟਮੈਂਟ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਕਿ ਸਾਨੂੰ ਐਡਾ ਵੱਡਾ ਪੋਰਟਲ ਨੈਸ਼ਨਲ ਪੋਰਟਲ ਦਿੱਤਾ ਆਪਣੇ ਲੈਕਚਰਸ ਡਿਲੀਵਰ ਕਰਨ ਦੇ ਲਈ। ਥੈਂਕ ਯੂ ਸੋ ਵੈਰੀ ਮਚ।